ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੇ ਚੈਨਲ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਡੇਟ 30 ਜੁਲਾਈ 2021 ਨੂੰ ਪੰਜਾਬ ਸਰਕਾਰ ਦੁਆਰਾ ETT ਦੀਆਂ 6000 ਪਲੱਸ ਵੈਕੈਂਸੀ ਰਿਲੀਜ਼ ਕੀਤੀ ਗਈਆਂ ਨੇ ਅਤੇ ਉਸ ਦੇ ਰਿਗਾਰਡਿੰਗ ਆਪਾਂ ਉਸ ਦੇ ਸਿਲੇਬਸ ਬਾਰੇ ਗੱਲ ਕਰਾਂਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੁਆਰਾ ਪਹਿਲਾਂ ਵੀ 1664 ਵੈਕੈਂਸੀਆਂ ਜੋ ਇੰਕਰੀਜ਼ ਕਰਕੇ 2364 ਕਰ ਦਿੱਤੀਆਂ ਗਈਆਂ ਸੀ, ਉਹਦਾ ਸਿਲੇਬਸ ਰਿਲੀਜ਼ ਕੀਤਾ ਗਿਆ ਸੀ ਅਤੇ ਐਗਜ਼ਾਮ ਸਰਕਾਰ ਦੁਆਰਾ ਔਰਗਨਾਈਜ਼ ਕਰਵਾਇਆ ਗਿਆ ਸੀ। ਤਾਂ ਉਹੀ ਸਿਲੇਬਸ ਆਪਾਂ ਇਸ ਵੀਡੀਓ 'ਚ ਡਿਸਕਸ ਕਰਾਂਗੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ETT ਦੀ ਵੈਕੈਂਸੀਆਂ ਨੇ ਤਾਂ ਸਿਲੇਬਸ ਲਗਭਗ ਸੇਮ ਹੀ ਰਹਿਣਾ ਹੈ। ਜੇ ਸਿਲੇਬਸ ਥੋੜ੍ਹਾ ਬਹੁਤਾ ਚੇਂਜ ਆਇਆ, ਸਰਕਾਰ ਦੁਆਰਾ ਅਪਡੇਟ ਕੀਤਾ ਗਿਆ, ਤਾਂ ਆਪਾਂ ਅਗਲੀ ਵੀਡੀਓ ਰਾਹੀਂ ਉਹ ਸਿਲੇਬਸ ਆਪਣੀ ਵੀਡੀਓ 'ਚ ਡਿਸਕਸ ਕਰਾਂਗੇ। ਤਾਂ ਚਲੋ ਜੀ, ਸਿਲੇਬਸ ਸਟਾਰਟ ਕਰਦੇ ਹਾਂ। ਇਹ ਪੇਪਰ ਲਗਭਗ 100 ਮਿੰਟ ਦਾ ਰੱਖਿਆ ਗਿਆ ਸੀ ਅਤੇ 100 ਹੀ ਅੰਕ ਸੀ ਇਹ 'ਚ। ਅਤੇ ਟੋਟਲੀ ਸਿਲੇਬਸ ਆਪਣਾ NCERT ਬੁੱਕਸ ਹੁੰਦੀਆਂ ਨੇ ਜੋ ਆਪਣੀਆਂ 6ਵੀਂ ਤੋਂ ਲੈ ਕੇ 10ਵੀਂ 12ਵੀਂ ਤੱਕ ਦੀਆਂ ਉਹਨਾਂ 'ਤੇ ਰਿਲੇਟਡ ਸੀ। ਸਾਰਾ ਮਟੀਰੀਅਲ ਹੀ ਉਹਨਾਂ 'ਚੋਂ ਲਿਆ ਗਿਆ ਸੀ, ਕੁਐਸਚਨ ਸਾਰੇ ਉਹਨਾਂ ਤੋਂ ਹੀ ਲਏ ਗਏ ਸੀ। ਚਲੋ ਆਪਾਂ ਸਟਾਰਟ ਕਰਦੇ ਹਾਂ ਜੀ ਪੰਜਾਬੀ ਤੋਂ। ਪੰਜਾਬੀ ਪੇਪਰ ਦੇ ਵਿੱਚ 15 ਨੰਬਰ ਦੀ ਰੱਖੀ ਗਈ ਹੈ। ਪੰਜਾਬੀ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਅਤੇ ਉਪਭਾਸ਼ਾ, ਵਿਆਕਰਨ ਵਿੱਚ ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਅਤੇ ਵਾਕ ਬੋਧ। ਇਸ ਤੋਂ ਬਾਅਦ ਵਿਸ਼ਰਾਮ ਚਿੰਨ੍ਹ, ਅਣਡਿੱਠਾ ਪਹਿਰਾ, ਮੁਹਾਵਰੇ, ਅਖਾਣਾ, ਪੰਜਾਬੀ ਸੱਭਿਆਚਾਰ, ਪੰਜਾਬੀ ਸਾਹਿਤ। ਇਹ ਲਗਭਗ ਇਹਦਾ ਪੱਧਰ ਰੱਖਿਆ ਗਿਆ ਸੀ 12ਵੀਂ ਕਲਾਸ ਤੱਕ। ਯਾਨੀ ਕਿ ਤੁਸੀਂ ਜੇ ਤੁਹਾਡਾ ਬੇਸ ਸਹੀ ਹੈ ਤਾਂ ਤੁਸੀਂ 9ਵੀਂ ਤੋਂ ਲੈ ਕੇ 12ਵੀਂ ਤੱਕ ਦਾ ਤਿਆਰ ਕਰ ਸਕਦੇ ਹੋ, ਜਾਂ ਫਿਰ ਅਗਰ ਬੇਸਿਕ ਤੁਹਾਡਾ ਨਹੀਂ ਹਲੇ ਕਲੀਅਰ ਤਾਂ ਤੁਸੀਂ 6ਵੀਂ ਤੋਂ ਵੀ ਪੜ੍ਹ ਸਕਦੇ ਹੋ ਜੇ ਸਮਾਂ ਹੈ ਤੁਹਾਡੇ ਕੋਲ ਤਾਂ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਦੀ। ਇੰਗਲਿਸ਼ ਸਬਜੈਕਟ ਦੇ ਵਿੱਚ ਸਭ ਤੋਂ ਪਹਿਲਾਂ ਨੇ ਰੱਖਿਆ ਕੰਪਰੀਹੈਂਸ਼ਨ ਆਫ ਐਨ ਅਨਸੀਨ ਪੈਸੇਜ, ਮਤਲਬ ਤੁਸੀਂ ਪੈਸੇਜ ਸੋਲਵ ਕਰਨਾ। ਉਸ ਤੋਂ ਬਾਅਦ ਗ੍ਰਾਮਰ 'ਚ ਰੱਖਿਆ ਯੂਜ਼ ਆਫ ਆਰਟੀਕਲ, ਪ੍ਰਪੋਜੀਸ਼ਨ, ਡਿਟਰਮਾਈਨਜ਼, ਕੰਜੰਕਸ਼ਨ, ਮੋਡਲਜ਼, ਐਰਰ ਕਰੈਕਸ਼ਨ, ਵਰਡ ਅਤੇ ਸੈਂਟੈਂਸ ਦੋਨਾਂ 'ਚ, ਯੂਜ਼ ਆਫ ਟੈਂਸਸ, ਵੋਇਸ ਐਂਡ ਨਰੇਸ਼ਨ, ਟਰਾਂਸਫੋਰਮੇਸ਼ਨ ਆਫ ਸੈਂਟੈਂਸ ਐਂਡ ਕਲਾਊਜ਼ਸ। ਥਰਡ ਨੰਬਰ 'ਤੇ ਰੱਖਿਆ ਨੇ ਵੋਕੈਬਲਰੀ। ਵੋਕੈਬਲਰੀ 'ਚ ਵਨ ਵਰਡ ਸਬਸਟੀਟਿਊਸ਼ਨ, ਐਂਟੋਨੀਅਮ, ਸਿਨੋਨੀਅਮ, ਆਈਡਮਸ ਐਂਡ ਫਰੇਜ਼ਸ। ਇਸ ਤੋਂ ਬਾਅਦ ਚੌਥੇ ਪੁਆਇੰਟ 'ਚ ਰੱਖਿਆ ਨੇ ਟਰਾਂਸਲੇਸ਼ਨ, ਪੰਜਾਬੀ ਟੂ ਇੰਗਲਿਸ਼ ਅਤੇ ਇੰਗਲਿਸ਼ ਟੂ ਪੰਜਾਬੀ। ਇਸ ਦਾ ਲੇਵਲ ਰੱਖਿਆ ਗਿਆ ਜੀ 12ਵੀਂ ਕਲਾਸ ਤੱਕ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਿੰਦੀ ਸਬਜੈਕਟ ਦੀ। ਹਿੰਦੀ ਵੀ 15 ਨੰਬਰ ਦੀ, ਮਤਲਬ ਤਿੰਨੋਂ ਹੀ ਲੈਂਗੁਏਜ 15-15 ਨੰਬਰ ਦੀ ਰੱਖੀ ਗਈਆਂ। ਸਭ ਤੋਂ ਪਹਿਲਾਂ ਭਾਸ਼ਾ ਲਿਪੀ, ਵਰਨ ਵਿਚਾਰ, ਸ਼ਬਦ ਵਿਚਾਰ, ਵਿਕਾਰੀ ਸ਼ਬਦ ਵਿੱਚ ਸੰਗਿਆ, ਸਰਵਨਾਮ ਵਿਸ਼ੇਸ਼ਣ ਅਤੇ ਕਿਰਿਆ, ਜੋ ਤੁਹਾਨੂੰ ਪਤਾ ਹੀ ਹੈ। ਅਵਿਕਾਰੀ ਸ਼ਬਦ ਦੇ ਵਿੱਚ ਕਿਰਿਆ ਵਿਸ਼ੇਸ਼ਣ, ਸੰਬੰਧ ਬੋਧਕ, ਯੋਜਕ, ਵਿਸਮੈਦੀ ਬੋਧਕ। ਇਸ ਤੋਂ ਬਾਅਦ ਪਰਿਆਵਾਚੀ, ਤਤਸਮ ਤਦਭਵ ਸ਼ਬਦ, ਉਪਸਰਗ ਅਤੇ ਪ੍ਰਤਿਅ, ਅਨੇਕਾਂ ਸ਼ਬਦਾਂ ਲਈ ਇੱਕ ਸ਼ਬਦ, ਅਨੇਕਾਰਥ ਸ਼ਬਦ, ਵਿਲੋਮ ਸ਼ਬਦ, ਸ਼ੁੱਧ ਸ਼ੁੱਧੀ, ਵਾਕ ਸ਼ੁੱਧੀ, ਮੁਹਾਵਰੇ ਅਤੇ ਲੋਕਤੀਆਂ। ਪੰਜਾਬੀ ਸੇ ਹਿੰਦੀ ਮੇਂ ਅਨੁਵਾਦ, ਯਾਨੀ ਪੰਜਾਬੀ ਤੋਂ ਹਿੰਦੀ 'ਚ ਅਨੁਵਾਦ ਕਰਨਾ। ਇਸ ਦਾ ਇਹਨਾਂ ਨੇ ਲੇਵਲ ਰੱਖਿਆ ਜੀ 10ਵੀਂ ਕਲਾਸ ਤੱਕ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ ਸਬਜੈਕਟ 'ਤੇ, ਜੋ ਕਿ ਆਪਣਾ ਮੈਥੇਮੈਟਿਕਸ ਹੈ। ਇਹ 20 ਨੰਬਰ ਦਾ ਰੱਖਿਆ ਗਿਆ। ਇਹ ਟੋਟਲੀ ਆਪਣਾ 10th ਕਲਾਸ ਦੇ ਚੈਪਟਰਾਂ 'ਚੋਂ ਲਿਆ ਗਿਆ। ਜੇ ਥੋੜ੍ਹੇ ਬਹੁਤ ਚੈਪਟਰ ਮਤਲਬ ਤੁਹਾਡੇ ਨਹੀਂ ਕਲੀਅਰ ਹੁੰਦੇ, ਮਤਲਬ ਸਿੱਧਾ ਹੀ 10th ਕਲਾਸ ਤੋਂ ਤੁਸੀਂ 9ਵੀਂ ਕਲਾਸ ਦੇ ਚੈਪਟਰ ਵੀ ਇਹਦੇ ਨਾਲ ਕਰ ਸਕਦੇ ਹੋ। ਜਿਵੇਂ ਕਿ ਸੰਖਿਆ ਪ੍ਰਣਾਲੀ ਹੈ, ਵਾਸਤਵਿਕ ਸੰਖਿਆ, ਬਹੁਪਦੀ ਹੈ, ਜਿਵੇਂ 9ਵੀਂ ਅਤੇ 10ਵੀਂ ਦੋਨਾਂ 'ਚ ਹੀ ਹੈ। ਦੋ ਚਾਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ, ਜਿਹਨਾਂ ਦਾ ਬੇਸ 9ਵੀਂ ਕਲਾਸ ਤੋਂ ਅਤੇ 10ਵੀਂ ਕਲਾਸ ਵਿੱਚ ਇਹਦੀਆਂ ਅਲੱਗ ਤੋਂ ਚੈਪਟਰ ਨੇ। ਦੋ ਘਾਤੀ ਸਮੀਕਰਨਾਂ, ਅੰਕ ਗਣਿਤਕ ਲੜੀਆਂ, ਯੂਕਲਿਡ ਜੈਮਿਤੀ, ਰੇਖਾਵਾਂ ਅਤੇ ਕੋਣ, ਤ੍ਰਿਭੁਜ, ਚਤੁਰਭੁਜ ਅਤੇ ਚੱਕਰ, ਚਤੁਰਭੁਜਾਂ ਅਤੇ ਤ੍ਰਿਭੁਜਾਂ ਦੇ ਖੇਤਰਫਲ, ਨਿਰਦੇਸ਼ ਅੰਕ ਜੈਮਿਤੀ, ਤ੍ਰਿਕੋਣਮਿਤੀ ਅਤੇ ਇਸ ਦੇ ਉਪਯੋਗ, ਰਚਨਾਵਾਂ, ਹੀਰੋ ਦਾ ਸੂਤਰ, ਸਥਾਈ ਖੇਤਰਫਲ ਅਤੇ ਆਇਤਨ, ਚੱਕਰ ਨਾਲ ਸੰਬੰਧਿਤ ਖੇਤਰਫਲ, ਅੰਕੜਾ ਵਿਗਿਆਨ ਅਤੇ ਸੰਭਾਵਨਾ। ਇਹ ਤੁਸੀਂ ਅਗਰ ਇਹਦਾ ਬੇਸ ਕਲੀਅਰ ਕਰਨਾ ਆਪਣਾ ਤਾਂ ਤੁਸੀਂ 9ਵੀਂ ਕਲਾਸ ਦਾ ਮੈਥ ਵੀ ਚੁੱਕ ਸਕਦੇ ਹੋ, ਅਤੇ ਜੇ ਤੁਹਾਡਾ ਬੇਸ ਪਹਿਲਾਂ ਹੀ ਕਲੀਅਰ ਹੈ ਤਾਂ ਤੁਸੀਂ 10ਵੀਂ ਕਲਾਸ ਦੇ ਮੈਥ ਤੋਂ ਇਹਦੀ ਪ੍ਰੈਕਟਿਸ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਨਰਲ ਸਾਇੰਸ ਦੀ, ਜੋ ਕਿ 10th ਅਤੇ 9th ਦੋਨਾਂ ਕਲਾਸਾਂ 'ਚੋਂ ਹੀ ਲਈ ਗਈ ਹੈ। ਇਹ 20 ਨੰਬਰਾਂ ਦੇ ਇਹਦੇ ਕੁਐਸਚਨ ਆਉਣੇ ਨੇ, ਜਿਵੇਂ ਕਿ ਮੋਸ਼ਨ ਪਹਿਲਾ ਚੈਪਟਰ, ਸੈਕਿੰਡ ਚੈਪਟਰ ਫੋਰਸ ਐਂਡ ਲਾਅ ਆਫ ਮੋਸ਼ਨ। ਇਸ ਤੋਂ ਬਾਅਦ ਗ੍ਰੈਵੀਟੇਸ਼ਨ ਯਾਨੀ ਗੁਰੂਤਾਕਰਸ਼ਣ ਅਤੇ ਵਰਕ ਅਤੇ ਐਨਰਜੀ, ਸਾਊਂਡ, ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ, ਇਲੈਕਟ੍ਰੀਸਿਟੀ, ਮੈਗਨੈਟਿਜ਼ਮ, ਸੋਰਸ ਆਫ ਐਨਰਜੀ, ਮੈਟਰ ਇਨ ਆਵਰ ਸਰਾਊਂਡਿੰਗ, ਐਟਮ ਐਂਡ ਮੋਲੀਕਿਊਲ, ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨ, ਐਸਿਡ, ਬੇਸ ਅਤੇ ਸਾਲਟਸ, metal and non-metals, carbon and its compound, the fundamental unit of life, tissues, diversity of living organism, why do we fall ill, natural resources, improvement in food resources, life process, control and coordination, reproduction in organism, heredity and evolution,
ਦੀ ਹਿਊਮਨ ਆਈ ਇਨ ਦ ਕਲਰਫੁਲ ਵਰਲਡ। ਇਸ ਦਾ ਲੇਬਲ 10ਵੀਂ ਕਲਾਸ ਤੱਕ ਰੱਖਿਆ ਗਿਆ, ਪਰ ਜੇ ਤੁਹਾਨੂੰ ਕਈ ਚੈਪਟਰ ਨਹੀਂ ਮਿਲਦੇ 10ਵੀਂ ਕਲਾਸ ਤਾਂ ਤੁਸੀਂ 9ਵੀਂ ਕਲਾਸ 'ਚ ਵੀ ਚੈੱਕ ਕਰ ਸਕਦੇ ਹੋ ਇਹਨਾਂ ਨੂੰ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ SST ਦੀ, ਸੋਸ਼ਲ ਸਾਇੰਸ ਸਮਾਜਿਕ ਸਿੱਖਿਆ, ਜੋ ਕਿ 15 ਨੰਬਰ ਦੀ ਹੈ। ਪਹਿਲਾ ਹੀ ਭੂਗੋਲ ਦਾ, ਇਹ ਪਹਿਲਾ ਚੈਪਟਰ ਹੈ ਭਾਰਤਿਕ ਜਾਣ ਪਛਾਣ, ਧਰਾਤਲ, ਜਲਵਾਯੂ। ਇਸ ਤੋਂ ਬਾਅਦ ਕੁਦਰਤੀ ਵਨਸਪਤੀ, ਜੀਵ ਜੰਤੂ ਅਤੇ ਮਿੱਟੀ। ਇਸ ਤੋਂ ਬਾਅਦ ਭੂਮੀ ਦੀ ਵਰਤੋਂ ਅਤੇ ਖੇਤੀਬਾੜੀ, ਖਣਿਜ ਪਦਾਰਥ ਅਤੇ ਸ਼ਕਤੀ ਸਾਧਨ। ਇਸ ਤੋਂ ਬਾਅਦ ਜਨਸੰਖਿਆ। ਅਗਲਾ ਸਬਜੈਕਟ ਹੈ ਅਰਥ ਸ਼ਾਸਤਰ, ਮੁੱਢਲੀਆਂ ਧਾਰਨਾਵਾਂ, ਭਾਰਤੀ ਅਰਥ ਵਿਵਸਥਾ ਦੇ ਆਰਥਿਕ ਆਧਾਰਕ ਸੰਰਚਨਾ, ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ, ਭਾਰਤ ਵਿੱਚ ਉਦਯੋਗਿਕ ਵਿਕਾਸ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹਿਸਟਰੀ, ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਉੱਤੇ ਪ੍ਰਭਾਵ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ, ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ, ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖਾਲਸੇ ਦੀ ਸਿਰਜਣਾ ਅਤੇ ਸ਼ਖਸੀਅਤ, ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ, ਰਣਜੀਤ ਸਿੰਘ, ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ, ਅੰਗਰੇਜ਼ਾਂ ਦੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਪਰ ਅੰਗਰੇਜ਼ਾਂ ਦਾ ਕਬਜ਼ਾ, ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੀ ਦੇਣ। ਇਸ ਤੋਂ ਬਾਅਦ ਨਾਗਰਿਕ ਸ਼ਾਸਤਰ, ਲੋਕਤੰਤਰ ਦਾ ਅਰਥ ਅਤੇ ਮਹੱਤਵ, ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ, ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ, ਕੇਂਦਰੀ ਸਰਕਾਰ, ਰਾਜ ਸਰਕਾਰ, ਭਾਰਤੀ ਲੋਕਤੰਤਰ ਦਾ ਸਰੂਪ, ਭਾਰਤੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ। ਇਹਦਾ ਲੇਬਲ ਰੱਖੇਗੀ 10th ਕਲਾਸ ਤੱਕ। 10th ਕਲਾਸ ਵਿੱਚ ਅਲੱਗ-ਅਲੱਗ ਇਹਦੀਆਂ ਬੁੱਕਸ ਮਿਲਣਗੀਆਂ, ਤਾਂ ਉਹਦੇ ਵਿੱਚ ਤੁਹਾਨੂੰ ਇਹ ਸਾਰੇ ਚੈਪਟਰ ਨੇਮ ਬਾਏ ਨੇਮ ਸੇਮ ਮਿਲਣਗੇ, ਤਾਂ ਇਹਨਾਂ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਚੈਪਟਰ ਮਿਸਿੰਗ ਹੁੰਦਾ ਤਾਂ ਤੁਸੀਂ ਆਪਣਾ +1 ਅਤੇ +2 ਦੀਆਂ ਬੁੱਕਸ ਵੀ ਦੇਖ ਸਕਦੇ ਹੋ। ਇਸ ਤਰ੍ਹਾਂ ਆਪਾਂ ਆਪਣੀ ਵੀਡੀਓ ਵਿੱਚ ਜੋ ETT ਦਾ ਪੁਰਾਣਾ ਸਿਲੇਬਸ ਸੀ, ਜੋ 2364 ਵੈਕੈਂਸੀਆਂ ਲਈ ਪੇਪਰ ਹੋਇਆ ਸੀ, ਉਹ ਡਿਸਕਸ ਕਰਿਆ। ਅਤੇ ਕੋਈ ਵੀ ਅੱਗੇ ਸਿਲੇਬਸ ਵਿੱਚ ਅਪਡੇਟ ਆਉਂਦਾ ਹੈ ਸਿੱਖਿਆ ਵਿਭਾਗ ਵੱਲੋਂ, ਤਾਂ ਆਪਾਂ ਉਹ ਵੀ ਅਗਲੀ ਵੀਡੀਓ ਰਾਹੀਂ ਆਪਣੇ ਚੈਨਲ 'ਤੇ ਡਿਸਕਸ ਕਰਾਂਗੇ। ਥੈਂਕ ਯੂ ਜੀ।